ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦਾ ਚੌਥਾ ਐਤਵਾਰ ਹੈ ਤੇ ਹੁਣ ਅਸੀਂ ਪਾਸਕਾ ਦੀ ਈਦ ਦੇ ਲਾਗੇ ਜਿਵੇਂ ਜਿਵੇਂ ਇਹ ਹਫ਼ਤੇ ਖਤਮ ਹੋ ਰਹੇ ਹਨ, ਅਸੀਂ ਨਜ਼ਦੀਕ ਆ ਰਹੇ ਹਾਂ। ਇੱਕ ਹੋਰ ਐਤਵਾਰ ਆਉਣਾ ਹੈ, ਉਹਦੇ ਬਾਅਦ ਅਸੀਂ ਖਜੂਰੀ ਐਤਵਾਰ ਮਨਾਵਾਂਗੇ ਅਤੇ ਉਸ ਦੇ ਬਾਅਦ ਅਸੀਂ ਪਾਕ ਹਫ਼ਤੇ ਦੇ ਵਿੱਚ ਦਾਖਲ ਹੋਵਾਂਗੇ। ਤੇ ਆਓ ਅੱਜ ਜਦ ਅਸੀਂ ਰੋਜ਼ਿਆਂ ਦੇ ਇਸ ਚੌਥੇ ਐਤਵਾਰ ਦੇ ਵਿੱਚ ਪਹੁੰਚੇ ਹਾਂ, ਅਸੀਂ ਅੱਜ ਦੇ ਕਲਾਮ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਜੋਸ਼ੂਆ ਦੀ ਪੁਸਤਕ 5ਵਾਂ ਅਧਿਆਇ 9 ਤੋਂ ਲੈ ਕੇ 12 ਐਤ ਤੱਕ। ਅੱਜ ਦਾ ਦੂਜਾ ਪਾਠ ਦੂਜਾ ਕੁਰਿੰਥੀਅਸ 5ਵਾਂ ਅਧਿਆਇ 17 ਤੋਂ ਲੈ ਕੇ 21 ਐਤ ਤੱਕ ਅਤੇ ਅੱਜ ਦੀ ਅੰਜੀਲ ਲੂਕਾ ਦੀ 15ਵਾਂ ਅਧਿਆਇ 1 ਤੋਂ ਲੈ ਕੇ 3 ਐਤ ਤੱਕ, 11 ਤੋਂ ਲੈ ਕੇ 32 ਐਤ ਤੱਕ। ਆਓ ਅਸੀਂ ਅੱਜ ਇਹਨਾਂ ਪਾਠਾਂ ਨੂੰ ਧਿਆਨ ਦੇ ਨਾਲ ਸੁਣੀਏ, ਅਮਲ ਕਰੀਏ ਤੇ ਉਹਦੇ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ। 40 ਸਾਲਾਂ ਤੱਕ ਉਜਾੜ ਭੂਮੀ ਵਿੱਚ ਰਹਿਣ ਤੋਂ ਬਾਅਦ ਇਸਰਾਇਲ ਯਹੋਸ਼ੂਆ ਦੀ ਅਗਵਾਈ ਹੇਠ ਵਾਅਦਾ ਕੀਤੇ ਦੇਸ਼ ਵਿੱਚ ਦਾਖਲ ਹੁੰਦੇ ਹਨ ਅਤੇ ਇਸ ਮੌਕੇ ਉੱਤੇ ਖੁਦਾ ਨੂੰ ਧੰਨਵਾਦ ਦੇਣ ਲਈ ਉਹ ਪਾਸਕਾ ਤਿਉਹਾਰ ਮਨਾਉਂਦੇ ਹਨ। ਪਾਠ ਪਹਿਲਾ ਯਹੋਸ਼ੂਆ ਦਾ ਗ੍ਰੰਥ, ਉਸ ਦਾ 5 ਬਾਬ 9 ਐਤ ਤੋਂ ਲੈ ਕੇ 12 ਐਤ ਤੱਕ। ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਅੱਜ ਮੈਂ ਤੁਹਾਡੇ ਉੱਤੋਂ ਮਿਸਰ ਦੀ ਗੁਲਾਮੀ ਦਾ ਦੱਬਾ ਦੂਰ ਕਰ ਦਿੱਤਾ ਹੈ। ਉਸ ਸਮੇਂ ਇਸਰਾਇਲ ਦੇ ਲੋਕ ਗਿਲਗਾਲ ਦੀ ਥਾਂ ਵਿੱਚ ਡੇਰਾ ਲਗਾਏ ਹੋਏ ਸਨ। ਉੱਥੇ ਹੀ ਉਹਨਾਂ ਨੇ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਤਰਕਾਲਾਂ ਵੇਲੇ ਪਸਾਹ ਦਾ ਤਿਉਹਾਰ ਮਨਾਇਆ। ਅਗਲੇ ਦਿਨ ਪਹਿਲੀ ਵਾਰ ਉਹਨਾਂ ਨੇ ਕਨਾਨ ਦਾ ਅਨਾਜ ਖਾਧਾ, ਭੁੱਜੇ ਹੋਏ ਦਾਣੇ ਅਤੇ ਖਮੀਰੀ ਰੋਟੀ। ਇਸ ਦੇ ਪਿੱਛੋਂ ਉਹਨਾਂ ਨੂੰ ਮੰਨਾ ਮਿਲਣਾ ਬੰਦ ਹੋ ਗਿਆ ਅਤੇ ਉਸ ਦੀ ਥਾਂ ਉਹ ਕਨਾਨ ਦੇਸ਼ ਦਾ ਭੋਜਨ ਖਾਣ ਲੱਗੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਯਿਸੂ ਮਸੀਹ ਆਪ ਬੇਗੁਨਾਹ ਸੀ। ਉਹਨਾਂ ਨੇ ਸਾਡੇ ਪਾਪਾਂ ਦਾ ਕੁਫਾਰਾ ਭਰਿਆ ਅਤੇ ਖੁਦਾ ਬਾਪ ਨਾਲ ਸਾਡਾ ਮੇਲ ਕਰਵਾਇਆ ਹੈ। ਹੁਣ ਖੁਦਾ ਦੀ ਮਿਹਰਬਾਨੀ ਨਾਲ ਅਸੀਂ ਯਿਸੂ ਮਸੀਹ ਦੀ ਪਾਕੀਜ਼ਗੀ ਦੇ ਹਿੱਸੇਦਾਰ ਬਣ ਸਕਦੇ ਹਾਂ। ਪਾਠ ਦੂਸਰਾ ਕੁਰਿੰਥੀਆਂ ਦੇ ਨਾਮ ਸੰਤ ਪੌਲੁਸ ਦਾ ਦੂਸਰਾ ਪੱਤਰ, ਉਸ ਦਾ 5 ਬਾਬ 17 ਤੋਂ 21 ਆਇਤ ਤੱਕ। ਖੁਦਾ ਨੇ ਮਸੀਹ ਦੇ ਵਸੀਲੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਇਸ ਲਈ ਜੋ ਕੋਈ ਮਸੀਹ ਵਿੱਚ ਹੈ ਉਹ ਨਵੀਂ ਸ੍ਰਿਸ਼ਟੀ ਹੈ। ਪੁਰਾਣਾ ਸਭ ਕੁਝ ਜਾਂਦਾ ਰਿਹਾ ਅਤੇ ਦੇਖੋ ਸਭ ਕੁਝ ਨਵਾਂ ਹੋ ਗਿਆ ਹੈ। ਇਹ ਸਭ ਖੁਦਾ ਵੱਲੋਂ ਹੈ ਜਿਸ ਨੇ ਮਸੀਹ ਦੇ ਵਸੀਲੇ ਸਾਨੂੰ ਆਪਣੇ ਨਾਲ ਫਿਰ ਮਿਲਾ ਲਿਆ ਹੈ ਅਤੇ ਆਪਣੇ ਨਾਲ ਫਿਰ ਮਿਲਾਉਣ ਦੀ ਸੇਵਕਾਈ ਸਾਨੂੰ ਦੇ ਦਿੱਤੀ ਹੈ। ਇਸ ਦਾ ਅਰਥ ਇਹ ਹੈ ਕਿ ਖੁਦਾ ਲੋਕਾਂ ਦੇ ਅਪਰਾਧਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਾ ਰੱਖਦੇ ਹੋਏ ਮਸੀਹ ਵਿੱਚ ਸੰਸਾਰ ਦਾ ਮੇਲ ਆਪਣੇ ਨਾਲ ਫਿਰ ਕਰ ਰਿਹਾ ਸੀ ਅਤੇ ਇਸ ਮੇਲ ਕਰਾਉਣ ਦਾ ਸੰਦੇਸ਼ ਸਾਨੂੰ ਸੌਂਪ ਦਿੱਤਾ ਹੈ। ਇਸ ਲਈ ਅਸੀਂ ਮਸੀਹ ਦੇ ਰਾਜਦੂਤ ਹਾਂ, ਕਿਉਂ ਜੋ ਖੁਦਾ ਸਾਡੇ ਰਾਹੀਂ ਤੁਹਾਡੇ ਅੱਗੇ ਆਪ ਅਪੀਲ ਕਰ ਰਿਹਾ ਹੈ। ਅਸੀਂ ਮਸੀਹ ਦੇ ਨਾਂ ਉੱਤੇ ਤੁਹਾਡੇ ਅੱਗੇ ਜ਼ੋਰਦਾਰ ਬੇਨਤੀ ਕਰਦੇ ਹਾਂ ਕਿ ਤੁਸੀਂ ਖੁਦਾ ਨਾਲ ਮੇਲ ਕਰ ਲਵੋ। ਮਸੀਹ ਨੇ ਕੋਈ ਪਾਪ ਨਾ ਜਾਣਿਆ, ਫਿਰ ਵੀ ਖੁਦਾ ਨੇ ਉਸ ਨੂੰ ਸਾਡੀ ਖਾਤਰ ਪਾਪ ਬਣਾਇਆ ਤਾਂ ਜੋ ਅਸੀਂ ਉਸ ਦੇ ਵਿੱਚ ਖੁਦਾ ਦੀ ਧਾਰਮਿਕਤਾ ਬਣ ਜਾਈਏ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਹੁਣ ਮਸੂਲੀਏ ਅਤੇ ਪਾਪੀ ਯੀਸ਼ੂ ਨੂੰ ਸੁਣਨ ਲਈ
ਉਸ ਦੇ ਕੋਲ ਆ ਰਹੇ ਸਨ। ਤਦ ਫਰੀਸੀ ਅਤੇ ਧਰਮ ਗਿਆਨੀ ਇਹ ਕਹਿੰਦੇ ਹੋਏ ਬੁੜਬੁੜਾਏ, ਇਹ ਆਦਮੀ ਪਾਪੀਆਂ ਦਾ ਸਵਾਗਤ ਕਰਦਾ ਹੈ ਅਤੇ ਉਹਨਾਂ ਨਾਲ ਭੋਜਨ ਕਰਦਾ ਹੈ। ਇਸ ਲਈ ਯੀਸ਼ੂ ਨੇ ਉਹਨਾਂ ਨੂੰ ਇਹ ਤਮਸੀਲ ਸੁਣਾਈ। ਇੱਕ ਆਦਮੀ ਦੇ 2 ਪੁੱਤਰ ਸਨ। ਉਹਨਾਂ ਵਿੱਚੋਂ ਛੋਟੇ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਬਣਦਾ ਹੈ ਉਹ ਮੈਨੂੰ ਦੇ ਦਿਓ। ਉਸਨੇ ਉਹਨਾਂ ਦੋਹਾਂ ਵਿੱਚ ਆਪਣੀ ਧਨ ਸੰਪਤੀ ਵੰਡ ਦਿੱਤੀ। ਕੁਝ ਦਿਨਾਂ ਬਾਅਦ ਛੋਟੇ ਪੁੱਤਰ ਨੇ ਆਪਣਾ ਸਭ ਕੁਝ ਇਕੱਠਾ ਕੀਤਾ ਅਤੇ ਕਿਸੇ ਦੂਰ ਦਰਾਡੇ ਦੇਸ਼ ਨੂੰ ਰਵਾਨਾ ਹੋ ਗਿਆ। ਉੱਥੇ ਉਸਨੇ ਆਪਣੀ ਧਨ ਸੰਪਤੀ ਰੰਗ ਰਲੀਆਂ ਵਿੱਚ ਉਡਾ ਦਿੱਤੀ ਅਤੇ ਜਦੋਂ ਉਸਨੇ ਆਪਣਾ ਸਭ ਕੁਝ ਖਰਚ ਕਰ ਲਿਆ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਅਕਾਲ ਪੈ ਗਿਆ ਅਤੇ ਉਸ ਨੂੰ ਤੰਗੀ ਮਹਿਸੂਸ ਹੋਣ ਲੱਗੀ। ਇਸ ਲਈ ਉਹ ਜਾ ਕੇ ਉਸ ਦੇਸ਼ ਦੇ ਇੱਕ ਨਾਗਰਿਕ ਦਾ ਨੌਕਰ ਬਣ ਗਿਆ, ਜਿਸ ਨੇ ਉਸ ਨੂੰ ਆਪਣੇ ਖੇਤ ਵਿੱਚ ਸੂਰ ਚਰਾਉਣ ਦੇ ਲਈ ਘੱਲ ਦਿੱਤਾ। ਉਹ ਉਹਨਾਂ ਫਲੀਆਂ ਨੂੰ ਜਿਹੜੀਆਂ ਸੂਰ ਖਾਂਦੇ ਸਨ ਖੁਸ਼ੀ ਨਾਲ ਖਾ ਕੇ ਆਪਣਾ ਪੇਟ ਭਰਨਾ ਚਾਹੁੰਦਾ ਸੀ ਅਤੇ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। ਪਰ ਜਦੋਂ ਉਹ ਆਪਣੇ ਆਪ ਵਿੱਚ ਆਇਆ ਤਾਂ ਉਸਨੇ ਕਿਹਾ, ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਰੋਟੀ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। ਮੈਂ ਉੱਠਾਂਗਾ ਅਤੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਰਖਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਨੌਕਰ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਓ। ਫਿਰ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ। ਪਰ ਜਦੋਂ ਉਹ ਅਜੇ ਦੂਰ ਹੀ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਵੇਖ ਲਿਆ ਅਤੇ ਉਸ ਨੂੰ ਤਰਸ ਆ ਗਿਆ। ਉਹ ਦੌੜਿਆ ਗਿਆ ਅਤੇ ਉਸ ਨੂੰ ਆਪਣੀ ਜੱਫੀ ਵਿੱਚ ਲਿਆ ਅਤੇ ਉਸ ਨੂੰ ਚੁੰਮਿਆ। ਤਦ ਪੁੱਤਰ ਨੇ ਉਸ ਨੂੰ ਕਿਹਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਰਖਵਾਉਣ ਦੇ ਯੋਗ ਨਹੀਂ ਰਿਹਾ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਵੋ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ਛੇਤੀ ਕਰੋ, ਸਭ ਤੋਂ ਚੰਗੀ ਪੁਸ਼ਾਕ ਲਿਆਓ ਅਤੇ ਇਸ ਨੂੰ ਵਧੀਆ ਪੁਸ਼ਾਕ ਪਹਿਨਾਓ। ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ ਅਤੇ ਪਲਿਆ ਹੋਇਆ ਮੋਟਾ ਵੈੜਕਾ ਲਿਆਓ ਅਤੇ ਵੱਢੋ। ਆਓ ਅਸੀਂ ਖਾਈਏ ਅਤੇ ਜਸ਼ਨ ਮਨਾਈਏ, ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜਿਉਂਦਾ ਹੋ ਗਿਆ ਹੈ। ਇਹ ਗੁਆਚ ਗਿਆ ਸੀ ਅਤੇ ਲੱਭ ਪਿਆ ਹੈ। ਉਹ ਜਸ਼ਨ ਮਨਾਉਣ ਲੱਗੇ। ਉਸੇ ਵੇਲੇ ਉਸ ਦਾ ਵੱਡਾ ਪੁੱਤਰ ਖੇਤਾਂ ਵਿੱਚ ਸੀ। ਜਦੋਂ ਉਹ ਵਾਪਸ ਆਇਆ ਅਤੇ ਘਰ ਦੇ ਨੇੜੇ ਪਹੁੰਚਿਆ ਤਾਂ ਉਸਨੇ ਸੰਗੀਤ ਅਤੇ ਨਾਚ ਦੀ ਆਵਾਜ਼ ਸੁਣੀ। ਉਸਨੇ ਨੌਕਰਾਂ ਵਿੱਚੋਂ ਇੱਕ ਨੂੰ ਸੱਦ ਕੇ ਪੁੱਛਿਆ ਕਿ ਇਹ ਸਭ ਕੀ ਹੈ। ਤਦ ਨੌਕਰ ਨੇ ਉਸ ਨੂੰ ਕਿਹਾ, ਤੁਹਾਡਾ ਭਰਾ ਵਾਪਸ ਆ ਗਿਆ ਹੈ ਅਤੇ ਤੁਹਾਡੇ ਪਿਤਾ ਨੇ ਪਲਿਆ ਹੋਇਆ ਮੋਟਾ ਵੈੜਕਾ ਵੱਢਿਆ ਹੈ, ਕਿਉਂਕਿ ਉਸਨੇ ਉਸ ਨੂੰ ਸਹੀ ਸਲਾਮਤ ਪਾਇਆ ਹੈ। ਪਰ ਉਹ ਗੁੱਸੇ ਵਿੱਚ ਗਿਆ ਅਤੇ ਅੰਦਰ ਜਾਣ ਤੋਂ ਇਨਕਾਰ ਕੀਤਾ। ਉਸ ਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਮਨਾਉਣ ਲੱਗਾ, ਪਰ ਉਸਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖੋ, ਇਹਨਾਂ ਸਾਰੇ ਸਾਲਾਂ ਵਿੱਚੋਂ ਮੈਂ ਤੁਹਾਡੀ ਸੇਵਾ ਕੀਤੀ ਅਤੇ ਮੈਂ ਕਦੇ ਵੀ ਤੁਹਾਡੀ ਕਿਸੇ ਆਗਿਆ ਦੀ ਉਲੰਘਣਾ ਨਹੀਂ ਕੀਤੀ। ਫਿਰ ਵੀ ਤੁਸੀਂ ਮੈਨੂੰ ਇੱਕ ਲੇਲਾ ਤੱਕ ਨਹੀਂ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਨਾਲ ਜਸ਼ਨ ਮਨਾਵਾਂ। ਪਰ ਜਦੋਂ ਤੁਹਾਡਾ ਇਹ ਪੁੱਤਰ ਆਇਆ, ਜਿਸ ਨੇ ਤੁਹਾਡੀ ਧਨ ਸੰਪਤੀ ਵੇਸ਼ਵਾਵਾਂ ਪਿੱਛੇ ਗਵਾ ਦਿੱਤੀ, ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਮੋਟਾ ਵੈੜਕਾ ਵੱਢਿਆ ਹੈ। ਤਦ ਪਿਤਾ ਨੇ ਉਸ ਨੂੰ ਕਿਹਾ, ਪੁੱਤਰ, ਤੂੰ ਤਾਂ ਸਦਾ ਮੇਰੇ ਨਾਲ ਹੈ ਅਤੇ ਜੋ ਕੁਝ ਮੇਰਾ ਹੈ ਉਹ ਸਭ ਤੇਰਾ ਹੈ। ਜਸ਼ਨ ਮਨਾਉਣਾ ਅਤੇ ਖੁਸ਼ ਹੋਣਾ ਸਹੀ ਸੀ, ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ, ਹੁਣ ਜਿਉਂਦਾ ਹੈ। ਇਹ ਗਵਾਚ ਗਿਆ ਸੀ, ਪਰ ਹੁਣ ਲੱਭ ਪਿਆ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਲੂਕਾ ਦੀ ਅੰਜੀਲ ਨੂੰ ਦਇਆ ਦੀ ਅੰਜੀਲ ਵੀ ਆਖਿਆ ਜਾਂਦਾ ਹੈ।
हाँ प्यारिਓ, ਇਹ ਲੂਕਾ ਹੈ ਜੋ ਆਪਣੀ ਅੰਜੀਲ ਦੇ ਵਿੱਚ ਬਹੁਤ ਵਾਰੀ ਦਇਆ ਦੀਆਂ ਗੱਲਾਂ ਕਰਦਾ ਹੈ। ਜੇਕਰ ਤੁਸੀਂ 10ਵਾਂ ਅਧਿਆਇ ਪੜ੍ਹੋ ਤੇ ਉੱਥੇ ਅਸੀਂ ਨੇਕ ਸਾਮਰੀ ਦੇ ਬਾਰੇ ਪੜ੍ਹਦੇ ਹਾਂ ਜਿਸ ਨੇ ਦਇਆ ਵਿਖਾਈ। 15ਵੇਂ ਅਧਿਆਇ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿੱਥੇ ਅਸੀਂ 3 ਰੂਪ ਕਥਾਵਾਂ ਪੜ੍ਹਦੇ ਹਾਂ। ਉਹ ਕਿਹੜੀਆਂ ਹਨ 3 ਰੂਪ ਕਥਾਵਾਂ? ਪਹਿਲੀ ਹੈਗੀ ਹੈ ਕਿ ਗੁਆਚੀ ਭੇਡ ਦੀ ਰੂਪ ਕਥਾ, ਦੂਸਰੀ ਹੈਗੀ ਹੈ ਗੁਆਚੇ ਸਿੱਕੇ ਦੀ, ਅਤੇ ਤੀਜੀ ਹੈ ਉਜਾੜੂ ਪੁੱਤਰ ਦੀ। ਹੁਣ ਇਹਨਾਂ ਤਿੰਨਾਂ ਜਿਹੜੀਆਂ ਰੂਪ ਕਥਾਵਾਂ ਦਾ ਜੋ ਅਰਥ ਹੈ ਉਹ ਦਇਆ ਹੈ। ਹਾਂ ਪਿਆਰਿਓ, ਅੱਜ ਅਸੀਂ ਇੱਕ ਗੱਲ ਧਿਆਨ ਦੇ ਨਾਲ ਸਮਝਣੀ ਹੈ ਕਿ ਖੁਦਾ ਦਿਆਲੂ ਹੈ, ਕਿਰਪਾਲੂ ਹੈ, ਗੁੱਸਾ ਕਰਨ ਦੇ ਵਿੱਚ ਮੱਠਾ ਅਤੇ ਮਾਫੀ ਦੇਣ ਦੇ ਵਿੱਚ ਅੱਗੇ ਹੈ। ਸਾਡਾ ਪ੍ਰਭੂ ਦਿਆਲੂ ਹੈ, ਕਿਰਪਾਲੂ ਹੈ, ਗੁੱਸਾ ਕਰਨ ਦੇ ਵਿੱਚ ਮੱਠਾ ਅਤੇ ਮਾਫੀ ਦੇਣ ਦੇ ਵਿੱਚ ਅੱਗੇ ਹੈ। ਅੰਜੀਲ ਦੇ ਉੱਤੇ ਧਿਆਨ ਕਰਨ ਤੋਂ ਪਹਿਲਾਂ ਆਓ ਅਸੀਂ ਅੱਜ ਦੇ ਪਹਿਲੇ ਪਾਠ ਦੇ ਵੱਲ ਆਪਣਾ ਧਿਆਨ ਲਾਈਏ। ਅੱਜ ਦਾ ਪਹਿਲਾ ਪਾਠ ਯੋਸ਼ੂਆ ਨਬੀ ਦੀ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ, ਜਿੱਥੇ ਅਸੀਂ ਅੱਜ ਦਾ ਇਹ ਪਾਠ ਸੁਣਿਆ ਹੈ। ਤੇ ਇਸ ਪਾਠ ਦੇ ਵਿੱਚ ਅਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਖੁਦਾ ਨੇ ਇਸਰਾਈਲੀਆਂ ਦੇ ਉੱਤੋਂ ਗੁਲਾਮੀ ਦਾ ਧੱਬਾ ਲਾ ਦਿੱਤਾ ਅਤੇ ਉਹਨਾਂ ਨੇ ਗੁਲਾਮੀ ਦੇ ਬਾਅਦ ਪਾਸਕਾ ਮਨਾਇਆ। ਤੇ ਵਚਨ ਦੇ ਵਿੱਚ ਅਸੀਂ ਸੁਣਿਆ ਹੈ ਕਿ ਜੋ ਮੰਨਾ ਡਿੱਗਣਾ ਬੰਦ ਹੋ ਗਿਆ। 40 ਸਾਲਾਂ ਤੱਕ ਮੰਨਾ ਡਿੱਗਦਾ ਰਿਹਾ ਸੀ, ਉਹ ਡਿੱਗਣਾ ਬੰਦ ਹੋ ਗਿਆ ਤੇ ਖੁਦਾ ਨੇ ਉਹਨਾਂ ਨੂੰ ਵਾਅਦਾ ਕੀਤੀ ਹੋਈ ਧਰਤੀ ਦੇ ਵਿੱਚ ਪਹੁੰਚਾ ਦਿੱਤਾ ਸੀ। ਜੋ ਗੁਲਾਮੀ ਦਾ ਧੱਬਾ ਸੀ ਉਹ ਲਾ ਦਿੱਤਾ ਸੀ ਅਤੇ ਲੋਕਾਂ ਨੇ ਉੱਥੇ ਭੁੱਜਿਆ ਹੋਇਆ ਦਾਣਿਆਂ ਦੀਆਂ ਰੋਟੀਆਂ ਖਾਧੀਆਂ। ਕਹਿਣ ਤੋਂ ਭਾਵ ਹੈ ਕਿ ਉਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਵਾ ਦਿੱਤਾ ਅਤੇ ਉਹ ਪੂਰੇ ਤੌਰ ਤੇ ਆਪਣੀ ਆਜ਼ਾਦ ਮਰਜ਼ੀ ਦੇ ਨਾਲ, ਆਜ਼ਾਦੀ ਦੇ ਨਾਲ ਕਿਰਤ ਕਰ ਸਕਦੇ ਸੀ, ਕਮਾਈ ਕਰ ਸਕਦੇ ਸੀ, ਆਪਣੇ ਜੀਵਨ ਨੂੰ ਸੁਖਲਾ ਬਣਾ ਸਕਦੇ ਸੀ। ਖੁਦਾ ਨੇ ਉਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ। ਹੁਣ ਅੱਜ ਦੀ ਅੰਜੀਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹ ਜੋ ਬੱਚਾ ਉਜਾੜੂ ਪੁੱਤਰ ਜਿਸ ਨੇ ਆਪਣੇ ਬਾਪ ਦੇ ਕੋਲੋਂ ਆਪਣੀ ਧਨ ਸੰਪਤੀ ਲੈ ਲਈ, ਉਸ ਨੂੰ ਜਾ ਕੇ ਵੈਸ਼ਵਾਵਾਂ ਦੇ ਪਿੱਛੇ, ਗਲਤ ਕੰਮਾਂ ਦੇ ਪਿੱਛੇ, ਰੰਗ ਰਲੀਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਉਸਨੇ ਆਪਣੀ ਸਾਰੀ ਧਨ ਸੰਪਤੀ ਖਤਮ ਕਰ ਦਿੱਤੀ। ਪਹਿਲਾਂ ਇਹ ਬੱਚਾ ਕੀ ਸੀਗਾ? ਆਪਣੇ ਬਾਪ ਦੀ ਚੰਗੀ ਸੰਤਾਨ ਸੀ, ਲੇਕਿਨ ਇਹਦੇ ਉੱਤੇ ਸ਼ੈਤਾਨ ਦਾ ਜਦੋਂ ਅਸਰ ਹੋਇਆ ਤੇ ਇਸਨੇ ਆਪਣੀ ਧਨ ਸੰਪਤੀ ਸ਼ੈਤਾਨੀ ਕੰਮਾਂ ਦੇ ਵਿੱਚ ਉਜਾੜ ਦਿੱਤੀ ਤੇ ਸ਼ੈਤਾਨ ਦਾ ਗੁਲਾਮ ਹੋ ਗਿਆ। ਤੇ ਪਿਆਰਿਓ, ਸ਼ੈਤਾਨ ਦਾ ਗੁਲਾਮ ਇਸ ਹੱਦ ਤੱਕ ਹੋਇਆ ਕਿ ਉਹ ਜਾਨਵਰ ਬਣ ਗਿਆ। ਵਚਨ ਦੇ ਵਿੱਚ ਅਸੀਂ ਸੁਣਿਆ ਹੈ ਕਿ ਉਸ ਦੇਸ਼ ਦੇ ਵਿੱਚ ਇੱਕ ਵੱਡਾ ਅਕਾਲ ਪੈ ਗਿਆ ਅਤੇ ਇਸ ਨੂੰ ਖਾਣ ਦੇ ਲਈ ਰੋਟੀ ਨਹੀਂ ਮਿਲਦੀ ਸੀ। ਇਸ ਕਰਕੇ ਇਸ ਨੂੰ ਸੂਰ ਚਾਰਨ ਦਾ ਕੰਮ ਮਿਲ ਗਿਆ, ਜਿੱਥੇ ਸੂਰ ਚਾਰਨ ਦੇ ਨਾਲ ਨਾਲ ਇਹ ਖੁਦ ਸੂਰ ਬਣ ਗਿਆ। ਕਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੂਰ ਬਣ ਗਿਆ, ਜਾਨਵਰ ਬਣ ਗਿਆ? ਕਿਉਂਕਿ ਜੋ ਭੋਜਨ ਸੂਰ ਖਾਂਦੇ ਸੀ ਉਹੋ ਹੀ ਫਲੀਆਂ ਨੂੰ ਖਾ ਕੇ ਇਹ ਆਪਣਾ ਢਿੱਡ ਭਰਨ ਦੀ ਕੋਸ਼ਿਸ਼ ਕਰਨ ਲੱਗਾ। ਇੰਨਾ ਮਾੜਾ ਹਾਲ ਹੋ ਗਿਆ ਇਹਦਾ। ਦੇਖੋ ਪਿਆਰਿਓ, ਪਾਪ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਉਹ ਆਦਮੀ ਨੂੰ ਜਾਨਵਰ ਬਣਾ ਦਿੰਦਾ ਹੈ। ਆਦਮੀ ਨੂੰ ਉਹ ਇਸ ਹੱਦ ਤੱਕ ਜਾਨਵਰ ਬਣਾ ਦਿੰਦਾ ਹੈ ਕਿ ਆਦਮੀ ਉੱਪਰ ਸਿਰ ਉਠਾਉਣ ਦੀ ਹਿੰਮਤ ਤੱਕ ਨਹੀਂ ਕਰਦਾ ਹੈ। ਤੇ ਪਿਆਰਿਓ, ਕਹਿੰਦੇ ਹਨ ਕਿ ਅਕਲ ਵੀ ਧੱਕੇ ਖਾ ਕੇ ਹੀ ਆਉਂਦੀ ਹੈ। ਹੁਣ ਜਦੋਂ ਇਸ ਨੂੰ ਧੱਕਾ ਲੱਗਾ, ਧੱਕਾ ਕਦੋਂ ਲੱਗਾ? ਜਦੋਂ ਭੁੱਖ ਲੱਗਦੀ ਹੈ, ਬੰਦੇ ਕੋਲ ਖਾਣ ਪੀਣ ਲਈ ਜਦੋਂ ਕੁਝ ਨਹੀਂ ਰਹਿੰਦਾ ਹੈ, ਉਦੋਂ ਬੰਦੇ ਨੂੰ ਅਕਲ ਆਉਂਦੀ ਹੈ। ਹੁਣ ਇਹਦੇ ਕੋਲ ਖਾਣ ਲਈ ਕੁਝ ਨਹੀਂ ਸੀ। ਜੋ ਪੈਸਾ ਧੇਲਾ ਸੀ ਗਲਤ ਕੰਮਾਂ ਦੇ ਵਿੱਚ ਖਰਚ ਕਰ ਦਿੱਤਾ, ਉਜਾੜ ਦਿੱਤਾ,
ਰੰਗ ਰਲੀਆਂ ਮਨਾ ਲੀਆਂ, ਪਾਰਟੀਆਂ ਕਰ ਲੀਆਂ, ਨਸ਼ੇ ਕਰ ਲਏ ਤੇ ਆਖਰ ਵਿੱਚ ਇੱਥੋਂ ਤੱਕ ਕਿ ਸਾਥੀ ਵੀ ਛੱਡ ਕੇ ਦੌੜ ਗਏ। ਜਿੰਨੀ ਦੇਰ ਤੱਕ ਉਹਦੇ ਕੋਲ ਪੈਸਾ ਧੇਲਾ ਸੀ, ਸਾਰੇ ਸੱਜਣ ਮਿੱਤਰ ਸੀ। ਜਦੋਂ ਪੈਸਾ ਖਤਮ ਹੋ ਗਿਆ, ਸਾਰੇ ਛੱਡ ਕੇ ਚਲੇ ਗਏ। ਕੋਈ ਵੀ ਉਹਦਾ ਸਾਥ ਦੇਣ ਦੇ ਲਈ ਤਿਆਰ ਨਹੀਂ ਸੀ। ਤੇ ਪਿਆਰਿਓ, ਉਸ ਵਕਤ ਜਦੋਂ ਉਹ ਸੂਰਾਂ ਦੀਆਂ ਫਲੀਆਂ ਖਾ ਰਿਹਾ ਸੀ, ਉਹ ਗੰਦਮੰਦ ਖਾ ਰਿਹਾ ਸੀ ਤੇ ਉਹਦਾ ਹਾਲ ਸੂਰਾਂ ਵਰਗਾ ਹੋ ਗਿਆ, ਉਸ ਵਕਤ ਉਸ ਨੂੰ ਹੋਸ਼ ਆਈ। ਵਚਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਉਹ ਆਪਣੀ ਹੋਸ਼ ਵਿੱਚ ਆਇਆ, ਫਿਰ ਉਸਨੇ ਸੋਚਿਆ ਕਿ ਮੈਂ ਕਿੱਥੇ ਫਸਿਆ ਹੋਇਆ ਹਾਂ, ਮੈਂ ਕਿਹੜੀ ਦਲਦਲ ਦੇ ਵਿੱਚ ਫਸਿਆ ਹੋਇਆ ਹਾਂ। ਮੇਰੇ ਬਾਪ ਦੇ ਘਰ ਦੇ ਵਿੱਚ ਨੌਕਰ ਹਨ, ਉਹ ਵਧੀਆ ਖਾਣਾ ਖਾਂਦੇ ਹਨ, ਉਹ ਇਨਸਾਨਾਂ ਵਾਂਗੂ ਰਹਿੰਦੇ ਹਨ, ਉਹਨਾਂ ਦਾ ਇੱਜ਼ਤ ਮਾਣ ਹੈ, ਤੇ ਮੈਂ ਇੱਥੇ ਸੂਰਾਂ ਨੂੰ ਵੀ ਬੱਤਰ ਹੋ ਗਿਆ, ਮੈਂ ਸੂਰ ਬਣ ਗਿਆ ਹਾਂ। ਫਿਰ ਜਦੋਂ ਉਸ ਨੂੰ ਹੋਸ਼ ਆਈ, ਉਸਨੇ ਫੈਸਲਾ ਕੀਤਾ। ਦੇਖੋ, ਪਹਿਲਾਂ ਉਸਨੇ ਮਨਨ ਕੀਤਾ, ਦੂਜੀ ਗੱਲ ਹੈ ਉਸਨੇ ਫਿਰ ਫੈਸਲਾ ਕੀਤਾ। ਕਾਹਦਾ ਫੈਸਲਾ ਕੀਤਾ? ਕਿ ਹੁਣ ਮੈਂ ਪਛਤਾਵਾ ਕਰਨਾ ਹੈ। ਫਿਰ ਉਸਨੇ ਫੈਸਲਾ ਕਰ ਲਿਆ ਕਿ ਮੈਂ ਹੁਣ ਜਾ ਕੇ ਆਪਣੇ ਬਾਪ ਦੇ ਕੋਲੋਂ ਮਾਫੀ ਮੰਗਣੀ ਹੈ। ਮੈਂ ਬਾਪ ਨੂੰ ਆਖਾਂਗਾ ਕਿ ਮੈਂ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਖਿਲਾਫ ਵੀ ਪਾਪ ਕੀਤਾ ਹੈ। ਮੈਂ ਤੁਹਾਡਾ ਬੇਟਾ ਖਵਾਉਣ ਦੇ ਯੋਗ ਨਹੀਂ ਹਾਂ, ਮੈਨੂੰ ਨੌਕਰ ਵਾਂਗੂ ਰੱਖ ਲਓ। ਪਿਆਰਿਓ, ਜਦੋਂ ਉਸਨੇ ਆਪਣੀ ਹੋਸ਼ ਵਿੱਚ ਆ ਕੇ ਆਪਣੇ ਬਾਪ ਦੇ ਘਰ ਵੱਲ ਨੂੰ ਗਿਆ, ਹੁਣ ਇੱਥੇ ਬਾਪ ਦੇ ਪਿਆਰ ਦੀ ਹੁਣ ਗੱਲ ਅਸੀਂ ਸੁਣ ਲਈਏ। ਬਾਪ ਜਾੜੂ ਪੁੱਤਰ ਨੂੰ ਇਹੋ ਜਿਹਾ ਪਿਆਰ ਕਰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਉਹ ਉਡੀਕ ਰਿਹਾ ਸੀ ਕਿ ਕਦੋਂ ਮੇਰਾ ਪੁੱਤਰ ਆਵੇ। ਕਹਿੰਦੇ ਹਨ ਕਿ ਉਸ ਨੂੰ ਅਗਲ ਵਾਂਢੀ ਮਿਲਣ ਦੇ ਲਈ ਗਿਆ। ਉਸ ਨੂੰ ਜਿਵੇਂ ਹੀ ਮਿਲਿਆ, ਉਸ ਨੂੰ ਚੁੰਮਿਆ, ਉਸ ਨੂੰ ਵਾਰ-ਵਾਰ ਚੁੰਮਿਆ, ਆਪਣੀ ਜੱਫੀ ਵਿੱਚ ਲੈ ਲਿਆ। ਹੁਣ ਮੰਨ ਲਓ ਕਿ ਉਹ ਬੱਚੇ ਦਾ, ਉਹ ਜਾੜੂ ਪੁੱਤਰ ਦਾ ਹਾਲ ਕਿਹੋ ਜਿਹਾ ਸੀ ਸੂਰਾਂ ਵਿੱਚ ਰਹਿ ਕੇ। ਹੁਣ ਇੱਥੇ ਵਚਨ ਦੇ ਵਿੱਚ ਇਹ ਨਹੀਂ ਲਿਖਿਆ ਕਿ ਉਹ ਸਾਲ ਰਿਹਾ ਸੂਰਾਂ ਦੇ ਵਿੱਚ ਜਾਂ 2 ਸਾਲ ਰਿਹਾ, ਸਾਨੂੰ ਨਹੀਂ ਪਤਾ। ਪਰ ਸਾਨੂੰ ਪਤਾ ਹੈ ਕਿ ਸੂਰ, ਚਾਹੇ ਤੁਸੀਂ ਉਹਨੂੰ ਜਿੰਨਾ ਮਰਜ਼ੀ ਨਵਾ ਲਓ, 15 ਮਿੰਟਾਂ ਬਾਅਦ ਉਹਨੇ ਫਿਰ ਆਪਣੇ ਆਪ ਨੂੰ ਗੰਦਾ ਕਰ ਲੈਣਾ। ਤੇ ਇਹ ਸੂਰਾਂ ਦੇ ਵਿੱਚ ਰਹਿ ਕੇ ਇਹਦਾ ਹਾਲ ਵੀ ਗੰਦਮੰਦ ਨਾਲ ਲਿਬੜਿਆ ਹੋਏਗਾ। ਲੇਕਿਨ ਬਾਪ ਉਸ ਨੂੰ ਜੱਫੀ ਵਿੱਚ ਲੈਂਦਾ ਹੈ, ਬਾਪ ਉਸ ਨੂੰ ਚੁੰਮਦਾ ਹੈ, ਗਾਰੇ ਦੇ ਨਾਲ ਹੀ, ਗੰਦਮੰਦ ਦੇ ਨਾਲ ਹੀ ਉਸ ਨੂੰ ਚੁੰਮਦਾ ਹੈ। ਅਤੇ ਇਹ ਬੱਚਾ ਜਦੋਂ ਆਖਦਾ ਹੈ ਕਿ ਹੇ ਪਿਤਾ, ਮੈਂ ਤੇਰੇ ਵਿਰੁੱਧ ਅਤੇ ਅਸਮਾਨ ਦੇ ਵਿਰੁੱਧ ਪਾਪ ਕੀਤਾ ਹੈ, ਤੇ ਬਾਪ ਦਾ ਦਿਲ ਨਰਮ ਹੋ ਜਾਂਦਾ ਹੈ, ਮਾਫ ਕਰ ਦਿੰਦਾ ਹੈ ਅਤੇ ਹੁਕਮਨਾਮਾ ਜਾਰੀ ਕਰਦਾ ਹੈ ਕਿ ਜਾਓ ਅਤੇ ਵਧੀਆ ਪੋਸ਼ਾਕ ਲਿਆਓ, ਅੰਗੂਠੀ ਇਹਦੇ ਹੱਥ ਵਿੱਚ ਪਹਿਨਾਓ, ਜੁੱਤੀ ਇਹਦੇ ਪੈਰਾਂ ਵਿੱਚ ਪਾਓ, ਕਿਉਂਕਿ ਇਹ ਮੇਰਾ ਬੱਚਾ ਮਰ ਗਿਆ ਸੀ, ਹੁਣ ਜੀ ਉੱਠਿਆ ਹੈ, ਗਵਾਚ ਗਿਆ ਸੀ, ਹੁਣ ਲੱਭ ਪਿਆ ਹੈ। ਦੇਖੋ ਕਿੰਨਾ ਵੱਡਾ ਅਨੋਖਾ ਪਿਆਰ ਹੈ ਪ੍ਰਭੂ ਦਾ। ਖੁਦਾ ਦਾ ਪਿਆਰ ਇੰਨਾ ਕਾਮਲ ਹੈ, ਇੰਨਾ ਅਨੋਖਾ ਹੈ ਕਿ ਉਹ ਜਦੋਂ ਵੀ ਅਸੀਂ ਪਛਤਾਵਾ ਕਰ ਲਿਆ, ਉਦੋਂ ਹੀ ਉਹ ਸਾਨੂੰ ਸਾਡੇ ਪਾਪਾਂ ਦੀ ਮਾਫੀ ਦੇ ਦਿੰਦਾ ਹੈ। ਹਾਂ ਪਿਆਰਿਓ, ਅੱਜ ਦੇ ਦੂਸਰੇ ਪਾਠ ਦੇ ਵਿੱਚ ਵੀ ਸੰਤ ਪੌਲਸ ਕੋਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਦੂਜੇ ਖੱਤ ਦੇ ਵਿੱਚ ਲਿਖਦਾ ਹੋਇਆ ਕਹਿੰਦਾ ਹੈ ਕਿ ਅਸੀਂ ਨਵੀਂ ਸ੍ਰਿਸ਼ਟੀ ਬਣਨਾ ਹੈ, ਅਸੀਂ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀ ਬਣਨਾ ਹੈ। ਤੇ ਪ੍ਰਭੂ ਯਿਸੂ ਮਸੀਹ ਵੀ ਇਹੋ ਹੀ ਸਾਡੇ ਤੋਂ ਚਾਹੁੰਦਾ ਹੈ ਕਿ ਅਸੀਂ ਨਵੀਂ ਸ੍ਰਿਸ਼ਟੀ ਬਣ ਜਾਈਏ। ਉਹ ਚਾਹੁੰਦਾ ਹੈ ਕਿ ਅਸੀਂ ਪਛਤਾਵਾ ਕਰਕੇ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ। ਫਰੀਸੀਆਂ ਦਾ ਅਤੇ ਧਰਮ ਗ੍ਰੰਥੀਆਂ ਦਾ ਰੋਣਾ ਕੀ ਸੀ ਕਿ ਇਹ ਮਸੂਲੀਆਂ ਦੇ ਨਾਲ ਰਹਿੰਦਾ ਹੈ, ਉਹਨਾਂ ਦੇ ਨਾਲ ਬਹਿੰਦਾ ਖਲੋਂਦਾ ਹੈ, ਖਾਂਦਾ ਪੀਂਦਾ ਹੈ। ਤੇ ਪ੍ਰਭੂ ਯਿਸੂ ਮਸੀਹ ਉੱਥੇ ਆਖਦਾ ਹੈ ਕਿ ਮੈਂ ਧਰਮੀਆਂ ਲਈ ਨਹੀਂ, ਮੈਂ ਪਾਪੀਆਂ ਲਈ ਆਇਆ। ਬਿਮਾਰ ਵਿਅਕਤੀ ਨੂੰ ਵੈਦ ਦੀ ਲੋੜ ਹੈ, ਨਰੋਏ ਹੋਏ ਨੂੰ ਨਹੀਂ। ਤੇ ਪ੍ਰਭੂ ਯਿਸੂ ਮਸੀਹ ਪਾਪੀਆਂ ਨੂੰ, ਸਾਨੂੰ ਸਾਰਿਆਂ ਨੂੰ ਬਚਾਉਣ ਦੇ ਲਈ ਆਇਆ ਹੈ। ਤੇ ਉਹ ਸਾਡੇ ਤੋਂ ਸਿਰਫ ਇਹੋ ਚਾਹੁੰਦਾ ਹੈ ਕਿ ਅਸੀਂ ਉਜਾੜੂ ਪੁੱਤਰ ਦੇ ਵਾਂਗ ਹੋਸ਼ ਵਿੱਚ ਆ ਜਾਈਏ। ਅਸੀਂ ਇਹਨਾਂ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਇਸ ਪਾਠ ਨੂੰ ਧਿਆਨ ਦੇ ਨਾਲ ਸੁਣਨਾ, ਵਾਰ-ਵਾਰ ਪੜ੍ਹਨਾ ਹੈ। ਇਹ ਬਹੁਤ ਵਧੀਆ ਇਤਰਾਫ ਹੈ ਇਹਦੇ ਵਿੱਚ।
ਉਜਾੜੂ ਪੁੱਤਰ ਨੇ ਬਹੁਤ ਵਧੀਆ ਇਤਰਾਫ ਕੀਤਾ। ਉਸਨੇ ਕੀ ਕੀਤਾ? ਸਭ ਤੋਂ ਪਹਿਲਾਂ ਹੋਸ਼ ਵਿੱਚ ਆਇਆ, ਉਸਨੇ ਮਨਨ ਚਿੰਤਨ ਕੀਤਾ ਆਪਣੀ ਪੁਰਾਣੀ ਜ਼ਿੰਦਗੀ ਦੇ ਉੱਤੇ। ਫਿਰ ਉਸਨੇ ਫੈਸਲਾ ਲਿਆ ਕਿ ਹੁਣ ਉਹ ਚੰਗਾ ਇਤਰਾਫ ਕਰੇਗਾ, ਅਤੇ ਜਦੋਂ ਉਸਨੇ ਚੰਗਾ ਇਤਰਾਫ ਕਰ ਲਿਆ ਤੇ ਉਹਦੇ ਪਿਤਾ ਨੇ ਉਸ ਨੂੰ ਮਾਫ ਕਰ ਦਿੱਤਾ। ਇਤਰਾਫ ਦੇ ਸਾਕਰਾਮੈਂਟ ਵਿੱਚ ਵੀ ਅਸੀਂ ਇਹੋ ਹੀ ਕਰਦੇ ਹਾਂ। ਇਤਰਾਫ ਕਰਨ ਤੋਂ ਪਹਿਲਾਂ ਅਸੀਂ ਤਿਆਰੀ ਕਰਦੇ ਹਾਂ ਨਾ, ਪਹਿਲਾਂ ਜਾ ਕੇ ਅਸੀਂ ਸੋਚ ਵਿਚਾਰ ਕਰਦੇ ਹਾਂ, ਫਿਰ ਅਸੀਂ ਫੈਸਲਾ ਕਰਦੇ ਹਾਂ ਕਿ ਮੈਂ ਹੁਣ ਇਹ ਗੁਨਾਹ ਆਪਣੇ ਫਾਦਰ ਜੀ ਨੂੰ ਦੱਸਣੇ ਹਨ, ਤੇ ਫਾਦਰ ਜੀ ਫਿਰ ਤੁਹਾਡੇ ਗੁਨਾਹ ਮਾਫ ਕਰਦਾ ਹੈ ਤੇ ਤੁਹਾਨੂੰ ਕੁਫਾਰਾ ਦਿੰਦਾ ਹੈ। ਅੱਜ ਦੀ ਅੰਜੀਲ ਦੇ ਵਿੱਚ ਵੀ ਉਜਾੜੂ ਪੁੱਤਰ ਨੇ ਇਤਰਾਫ ਕੀਤਾ, ਅਤੇ ਸਾਡਾ ਵੀ ਇਤਰਾਫ ਇਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ। ਅਸੀਂ ਨਵੀਂ ਸ੍ਰਿਸ਼ਟੀ ਤੇ ਨਵੇਂ ਇਨਸਾਨ ਬਣਨਾ ਹੈ। ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ, ਅਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਉਸ ਦੀ ਇਸ ਕੁਰਬਾਨੀ ਦੇ ਦੁਆਰਾ, ਇਸ ਲਹੂ ਦੇ ਦੁਆਰਾ ਅਸੀਂ ਧੋਤੇ ਗਏ ਹਾਂ। ਹੁਣ ਅਸੀਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੀਏ, ਪਵਿੱਤਰ ਕਰੀਏ। ਅਸੀਂ ਉਜਾੜੂ ਪੁੱਤਰ ਵਾਂਗ ਜੋ ਸੂਰਾਂ ਦੇ ਵਿੱਚ ਰਹਿ ਕੇ ਸੂਰ ਬਣ ਗਿਆ ਸੀ, ਅਸੀਂ ਵੀ ਕਈ ਵਾਰੀ ਪਾਪ ਦੀ ਗੁਲਾਮੀ ਵਿੱਚ ਰਹਿ ਕੇ ਪਾਪ ਦੇ ਗੁਲਾਮ ਬਣ ਜਾਂਦੇ ਹਾਂ। ਅੱਜ ਪ੍ਰਭੂ ਸਾਡੇ ਤੋਂ ਵੀ ਪਾਪ ਦਾ ਜੋ ਧੱਬਾ ਹੈ ਉਹ ਲਾਉਣਾ ਚਾਹੁੰਦਾ ਹੈ, ਤੇ ਮੇਰਾ ਵਿਸ਼ਵਾਸ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਚੰਗਾ ਇਤਰਾਫ ਕਰੋਗੇ, ਤਾਂ ਕਿ ਪ੍ਰਭੂ ਤੁਹਾਡੇ ਉੱਤੇ ਜੋ ਪਾਪ ਦਾ ਧੱਬਾ ਹੈ ਉਸ ਨੂੰ ਲਾ ਦੇਵੇ, ਤੁਹਾਨੂੰ ਪਵਿੱਤਰ ਕਰੇ, ਤੇ ਅਸੀਂ ਸਾਰੇ ਹੀ ਪਾਸਕਾ ਦਾ ਜੋ ਤਿਉਹਾਰ ਹੈ ਖੁਸ਼ੀਆਂ ਦੇ ਨਾਲ ਮਨਾਉਣ ਦੇ ਯੋਗ ਬਣ ਜਾਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।